की जय। भारत माता की जय। भारत माता की जय। ਸਾਥੀਓ, ਤੁਹਾਡਾ ਇਹ ਹੌਸਲਾ, ਤੁਹਾਡੀ ਸੂਰਮਗਤੀ ਅਤੇ ਮਾਂ ਭਾਰਤੀ ਦੇ ਮਾਣ ਸਨਮਾਨ ਦੀ ਰਾਖੀ ਦੇ ਲਈ ਤੁਹਾਡਾ ਸਮਰਪਣ ਬੇਜੋੜ ਹੈ। ਤੁਹਾਡੀ ਤਾਕਤ ਵੀ ਦੁਨੀਆ ਵਿੱਚ ਕਿਸੇ ਤੋਂ ਵੀ ਘੱਟ ਨਹੀਂ ਹੈ। ਜਿਨ੍ਹਾਂ ਮੁਸ਼ਕਿਲ ਪਰਿਸਥਿਤੀਆਂ ਵਿੱਚ, ਜਿਸ ਉਚਾਈ ਤੇ ਤੁਸੀਂ ਮਾਂ ਭਾਰਤੀ ਦੀ ਢਾਲ ਬਣ ਕੇ ਉਸ ਦੀ ਰਾਖੀ ਕਰਦੇ ਹੋ, ਉਸ ਦੀ ਸੇਵਾ ਕਰਦੇ ਹੋ, ਉਸ ਦਾ ਮੁਕਾਬਲਾ ਪੂਰੀ ਦੁਨੀਆ ਵਿੱਚ ਕੋਈ ਨਹੀਂ ਕਰ ਸਕਦਾ ਹੈ। ਤੁਹਾਡਾ ਸਾਹਸ ਉਸ ਉਚਾਈ ਤੋਂ ਵੀ ਉੱਚਾ ਹੈ ਜਿੱਥੇ ਤੁਸੀਂ ਤੈਨਾਤ ਹੋ। ਤੁਹਾਡਾ ਭਰੋਸਾ ਉਸ ਘਾਟੀ ਤੋਂ ਵੀ ਸਖਤ ਹੈ ਜਿਸ ਨੂੰ ਰੋਜ਼ ਤੁਸੀਂ ਆਪਣੇ ਕਦਮਾਂ ਨਾਲ ਨਾਪਦੇ ਹੋ। ਤੁਹਾਡੀਆਂ ਬਾਹਾਂ ਉਹਨਾਂ ਚੱਟਾਨਾਂ ਵਰਗੀਆਂ ਮਜ਼ਬੂਤ ਨੇ ਜੋ ਤੁਹਾਡੇ ਆਸੇ-ਪਾਸੇ ਖੜੀਆਂ ਨੇ। ਤੁਹਾਡੀ ਇੱਛਾ ਸ਼ਕਤੀ ਆਸੇ-ਪਾਸੇ ਦੇ ਪਹਾੜਾਂ ਜਿੰਨੀ ਅਟੱਲ ਹੈ। ਅੱਜ ਤੁਹਾਡੇ ਵਿਚਕਾਰ ਆ ਕੇ ਮੈਂ ਇਸ ਨੂੰ ਮਹਿਸੂਸ ਕਰ ਰਿਹਾ ਹਾਂ। ਸਾਖਸ਼ਾਤ ਆਪਣੀਆਂ ਅੱਖਾਂ ਨਾਲ ਇਸ ਨੂੰ ਦੇਖ ਰਿਹਾ ਹਾਂ। ਸਾਥੀਓ, ਜਦੋਂ ਦੇਸ਼ ਦੀ ਰਾਖੀ ਤੁਹਾਡੇ ਹੱਥਾਂ ਵਿੱਚ ਹੈ, ਤੁਹਾਡੇ ਮਜ਼ਬੂਤ ਇਰਾਦਿਆਂ ਵਿੱਚ ਹੈ, ਤਾਂ ਇੱਕ ਅਟੁੱਟ ਭਰੋਸਾ ਸਿਰਫ ਮੈਨੂੰ ਨਹੀਂ, ਪੂਰੇ ਦੇਸ਼ ਨੂੰ ਅਟੁੱਟ ਭਰੋਸਾ ਹੈ ਅਤੇ ਦੇਸ਼ ਬੇਫਿਕਰ ਵੀ ਹੈ। ਤੁਸੀਂ ਜਦੋਂ ਸਰਹੱਦ ਤੇ ਡਟੇ ਹੋ ਤਾਂ ਇਹੀ ਗੱਲ ਹਰੇਕ ਦੇਸ਼ਵਾਸੀ ਨੂੰ ਦੇਸ਼ ਦੇ ਲਈ ਦਿਨ ਰਾਤ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਆਤਮ ਨਿਰਭਰ ਭਾਰਤ ਦਾ ਸੰਕਲਪ ਤੁਹਾਡੇ ਸਭ ਦੇ ਕਾਰਨ, ਤੁਹਾਡੇ ਤਿਆਗ, ਬਲੀਦਾਨ, ਪੁਰਸ਼ਾਰਥ ਦੇ ਕਾਰਨ ਹੋਰ ਮਜ਼ਬੂਤ ਹੁੰਦਾ ਹੈ। ਅਤੇ ਹਾਲ ਹੀ ਵਿੱਚ ਜੋ ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਬਹਾਦਰੀ ਦਿਖਾਈ ਹੈ, ਉਸ ਨੇ ਪੂਰੀ ਦੁਨੀਆ ਵਿੱਚ ਇਹ ਸੰਦੇਸ਼ ਦਿੱਤਾ ਹੈ ਕਿ ਭਾਰਤ ਦੀ ਤਾਕਤ ਕੀ ਹੈ। ਅਤੇ ਮੈਂ ਮੇਰੇ ਸਾਹਮਣੇ ਮਹਿਲਾ ਫੌਜੀਆਂ ਨੂੰ ਵੀ ਵੇਖ ਰਿਹਾ ਹਾਂ। ਜੰਗ ਦੇ ਮੈਦਾਨ ਵਿੱਚ, ਸਰਹੱਦ ਤੇ ਇਹ ਦ੍ਰਿਸ਼ ਆਪਣੇ ਆਪ ਪ੍ਰੇਰਣਾ ਦਿੰਦਾ ਹੈ। ਸਾਥੀਓ, ਰਾਸ਼ਟਰੀ ਕਵੀ ਰਾਮਧਾਰੀ ਸਿੰਘ ਦਿਨਕਰ ਜੀ ਨੇ ਲਿਖਿਆ ਸੀ, ਜਿਨਕੇ ਸਿੰਹਨਾਦ ਸੇ ਸਹਿਮੀ, ਜਿਨਕੇ ਸਿੰਹਨਾਦ ਸੇ ਸਹਿਮੀ, धरती रही अभी तक डोल। कलम आज उनकी जय बोल, कलम आज उनकी जय बोल। ਤਾਂ ਮੈਂ ਅੱਜ ਆਪਣੀ ਆਵਾਜ਼ ਵਿੱਚ
ਤੁਹਾਡੀ ਜੈ ਬੋਲਦਾ ਹਾਂ, ਤੁਹਾਡਾ ਸਤਿਕਾਰ ਕਰਦਾ ਹਾਂ। ਮੈਂ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਆਪਣੇ ਵੀਰ ਜਵਾਨਾਂ ਨੂੰ ਵੀ ਦੁਬਾਰਾ ਸ਼ਰਧਾਂਜਲੀ ਭੇਂਟ ਕਰਦਾ ਹਾਂ। ਇਹਨਾਂ ਵਿੱਚ ਪੂਰਬ ਤੋਂ ਪੱਛਮ ਤੋਂ, ਉੱਤਰ ਤੋਂ ਦੱਖਣ ਤੋਂ ਦੇਸ਼ ਦੇ ਹਰ ਕੋਨੇ ਦੇ ਬਹਾਦਰ ਆਪਣੀ ਸੂਰਮਗਤੀ ਦਿਖਾਉਂਦੇ ਸੀ। ਉਹਨਾਂ ਦੀ ਬਹਾਦਰੀ, ਉਹਨਾਂ ਦੀ ਗਰਜਣਾ ਨਾਲ ਧਰਤੀ ਹੁਣ ਵੀ ਉਹਨਾਂ ਦੀ ਜੈਕਾਰ ਕਰ ਰਹੀ ਹੈ। ਅੱਜ ਹਰ ਦੇਸ਼ ਵਾਸੀ ਦਾ ਸਿਰ ਤੁਹਾਡੇ ਸਾਹਮਣੇ, ਆਪਣੇ ਦੇਸ਼ ਦੇ ਬਹਾਦਰ ਸੈਨਿਕਾਂ ਦੇ ਸਾਹਮਣੇ ਆਦਰ ਸਹਿਤ ਨਤਮਸਤਕ ਹੋ ਕੇ ਸਿਜਦਾ ਕਰਦਾ ਹੈ। ਅੱਜ ਹਰ ਭਾਰਤੀ ਦੀ ਛਾਤੀ ਤੁਹਾਡੀ ਬਹਾਦਰੀ ਅਤੇ ਸੂਰਮ ਗਤੀ ਨਾਲ ਫੁੱਲੀ ਹੋਈ ਹੈ। ਸਾਥੀਓ, ਸਿੰਧੂ ਦੇ ਆਸ਼ੀਰਵਾਦ ਨਾਲ ਇਹ ਧਰਤੀ ਪਵਿੱਤਰ ਹੋਈ ਹੈ। ਵੀਰ ਸਪੂਤਾਂ ਦੀ ਸੂਰਮ ਗਤੀ ਤੇ ਬਹਾਦਰੀ ਦੀਆਂ ਗਾਥਾਵਾਂ ਨੂੰ ਇਸ ਧਰਤੀ ਨੇ ਆਪਣੇ ਆਪ ਵਿੱਚ ਸਮੇਟਿਆ ਹੋਇਆ ਹੈ। ਲੇਹ ਲਦਾਖ ਤੋਂ ਲੈ ਕੇ ਕਾਰਗਿਲ ਤੇ ਸਿਆਚਿਨ ਤੱਕ, ਰੇਜ਼ਾਂਗਲਾ ਦੀਆਂ ਬਰਫਾਨੀ ਚੋਟੀਆਂ ਤੋਂ ਲੈ ਕੇ ਗਲਵਾਨ ਘਾਟੀ ਦੇ ਠੰਡੇ ਪਾਣੀ ਦੀ ਧਾਰਾ ਤੱਕ, ਹਰ ਚੋਟੀ, ਹਰ ਪਹਾੜ, ਹਰ ਜ਼र्रा ਜ਼र्रा, ਹਰ ਕੰਕੜ ਪੱਥਰ ਭਾਰਤੀ ਸੈਨਿਕਾਂ ਦੀ ਬਹਾਦਰੀ ਦੀ ਗਵਾਹੀ ਦਿੰਦੇ ਨੇ। 14 ਕੋਰ ਦੀ ਜਾਂਬਾਜ਼ੀ ਦੇ ਕਿੱਸੇ ਤਾਂ ਹਰ ਪਾਸੇ ਨੇ। ਦੁਨੀਆ ਨੇ ਤੁਹਾਡਾ ਅਜੇਤੂ ਸਾਹਸ ਦੇਖਿਆ ਹੈ, ਜਾਣਿਆ ਹੈ। ਤੁਹਾਡੀ ਸੂਰਮ ਗਤੀ ਦੀਆਂ ਗਾਥਾਵਾਂ ਘਰ ਘਰ ਵਿੱਚ ਗੂੰਜ ਰਹੀਆਂ ਨੇ ਅਤੇ ਭਾਰਤ ਮਾਤਾ ਦੇ ਦੁਸ਼ਮਣਾਂ ਨੇ ਤੁਹਾਡੀ ਫਾਇਰ ਵੀ ਦੇਖੀ ਹੈ ਅਤੇ ਤੁਹਾਡੀ ਫਿਊਰੀ ਵੀ। ਸਾਥੀਓ, ਲੱਦਾਖ ਦਾ ਤਾਂ ਇਹ ਪੂਰਾ ਹਿੱਸਾ, ਇਹ ਭਾਰਤ ਦਾ ਮਸਤਕ, 130 ਕਰੋੜ ਭਾਰਤੀਆਂ ਦੇ ਮਾਣ ਸਨਮਾਨ ਦਾ ਪ੍ਰਤੀਕ ਹੈ। ਇਹ ਭੂਮੀ ਭਾਰਤ ਦੇ ਲਈ ਸਭ ਕੁਝ ਤਿਆਗ ਕਰਨ ਦੇ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਰਾਸ਼ਟਰ ਭਗਤਾਂ ਦੀ ਧਰਤੀ ਹੈ। ਇਸ ਧਰਤੀ ਨੇ ਕੁਸ਼ੋਕ ਬਾਕੁਲਾ ਰਿੰਪੋਸ਼ੇ ਵਰਗੇ ਮਹਾਨ ਰਾਸ਼ਟਰ ਭਗਤ ਦੇਸ਼ ਨੂੰ ਦਿੱਤੇ। ਇਹ ਰਿੰਪੋਸ਼ੇ ਹੀ ਸਨ, ਉਹਨਾਂ ਦੇ ਹੀ ਕਾਰਨ ਜਿਨ੍ਹਾਂ ਨੇ ਦੁਸ਼ਮਣਾਂ ਦੇ ਨਾਪਾਕ ਇਰਾਦਿਆਂ ਖਿਲਾਫ ਸਥਾਨਕ ਲੋਕਾਂ ਨੂੰ ਲਾਮਬੱਧ ਕੀਤਾ ਸੀ। ਰਿੰਪੋਸ਼ੇ ਦੀ ਅਗਵਾਈ ਵਿੱਚ ਇੱਥੇ ਵੱਖਵਾਦ ਪੈਦਾ ਕਰਨ ਦੀ ਹਰ ਸਾਜ਼ਿਸ਼ ਨੂੰ ਲੱਦਾਖ ਦੀ ਰਾਸ਼ਟਰ ਭਗਤ ਜਨਤਾ ਨੇ ਨਾਕਾਮ ਕੀਤਾ ਹੈ। ਇਹ ਉਹਨਾਂ ਦੇ ਹੀ ਪ੍ਰੇਰਕ ਯਤਨਾਂ ਦਾ ਨਤੀਜਾ ਸੀ ਕਿ ਦੇਸ਼ ਨੂੰ, ਭਾਰਤੀ ਸੈਨਾ ਨੂੰ ਲੱਦਾਖ ਸਕਾਊਟ ਨਾਮ ਨਾਲ ਇਨਫੈਂਟਰੀ ਰੈਜੀਮੈਂਟ ਬਣਾਉਣ ਦੀ ਪ੍ਰੇਰਣਾ ਮਿਲੀ। ਅੱਜ ਲੱਦਾਖ ਦੇ ਲੋਕ ਹਰ ਪੱਧਰ ਤੇ, ਚਾਹੇ ਉਹ ਸੈਨਾ ਹੋਵੇ ਜਾਂ ਆਮ ਨਾਗਰਿਕ ਦੇ ਫਰਜ਼ ਹੋਣ, ਰਾਸ਼ਟਰ ਨੂੰ ਮਜ਼ਬੂਤ ਕਰਨ ਲਈ
ਅਨੂਠਾ ਯੋਗਦਾਨ ਦੇ ਰਹੇ ਨੇ। ਸਾਥੀਓ, ਆਪਣੇ ਇੱਥੇ ਕਿਹਾ ਜਾਂਦਾ ਹੈ, खड्गेन आक्रम्य भंजितः, खड्गेन आक्रमः भुंजितः, वीर भोग्या वसुंधरा। ਭਾਵ ਵੀਰ ਆਪਣੇ ਸ਼ਸਤਰ ਦੀ ਤਾਕਤ ਨਾਲ ਹੀ ਧਰਤੀ ਦੀ ਮਾਤ ਭੂਮੀ ਦੀ ਰਾਖੀ ਕਰਦੇ ਨੇ। ਇਹ ਧਰਤੀ ਵੀਰਾਂ ਦੀ ਹੈ, ਵੀਰਾਂ ਦੇ ਲਈ ਹੈ। ਇਸ ਦੀ ਰੱਖਿਆ ਸੁਰੱਖਿਆ ਨੂੰ ਸਾਡਾ ਸਮਰਥਨ ਅਤੇ ਸਮਰੱਥਾ, ਸਾਡਾ ਸੰਕਲਪ ਹਿਮਾਲਿਆ ਜਿੰਨਾ ਹੀ ਉੱਚਾ ਹੈ। ਇਹ ਸਮਰੱਥਾ ਅਤੇ ਇਹ ਸੰਕਲਪ ਵਿੱਚ ਇਸ ਵੇਲੇ ਤੁਹਾਡੀਆਂ ਅੱਖਾਂ ਵਿੱਚ ਮੈਂ ਦੇਖ ਸਕਦਾ ਹਾਂ। ਤੁਹਾਡੇ ਚਿਹਰਿਆਂ ਉੱਪਰ ਇਹ ਸਾਫ਼-ਸਾਫ਼ ਨਜ਼ਰ ਆਉਂਦਾ ਹੈ। ਤੁਸੀਂ ਉਸੇ ਧਰਤੀ ਦੇ ਬਹਾਦਰ ਹੋ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਅਨੇਕਾਂ ਹਮਲਾਵਰਾਂ ਦੇ ਹਮਲਿਆਂ ਦਾ, ਅਤਿਆਚਾਰਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਅਸੀਂ, ਅਤੇ ਇਹ ਸਾਡੀ ਪਹਿਚਾਣ ਹੈ, ਅਸੀਂ ਉਹ ਲੋਕ ਹਾਂ ਜੋ ਬਾਂਸੁਰੀ ਧਾਰੀ ਕ੍ਰਿਸ਼ਨ ਦੀ ਪੂਜਾ ਕਰਦੇ ਹਾਂ। ਅਸੀਂ ਉਹੀ ਲੋਕ ਹਾਂ ਜੋ ਸੁਦਰਸ਼ਨ ਚੱਕਰਧਾਰੀ ਕ੍ਰਿਸ਼ਨ ਨੂੰ ਵੀ ਆਦਰਸ਼ ਮੰਨ ਕੇ ਚੱਲਦੇ ਹਾਂ। ਇਸੇ ਪ੍ਰੇਰਣਾ ਨਾਲ ਹਰ ਹਮਲੇ ਤੋਂ ਬਾਅਦ ਭਾਰਤ ਹੋਰ ਤਾਕਤਵਰ ਹੋ ਕੇ ਉੱਭਰਿਆ ਹੈ। ਸਾਥੀਓ, ਰਾਸ਼ਟਰ ਦੀ, ਦੁਨੀਆ ਦੀ, ਮਾਨਵਤਾ ਦੀ ਤਰੱਕੀ ਦੇ ਲਈ ਸ਼ਾਂਤੀ ਤੇ ਮਿੱਤਰਤਾ ਹਰ ਕੋਈ ਸਵੀਕਾਰ ਕਰਦਾ ਹੈ, ਹਰ ਕੋਈ ਮੰਨਦਾ ਹੈ ਕਿ ਉਹ ਜ਼ਰੂਰੀ ਹੈ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਾਂਤੀ ਕਮਜ਼ੋਰ ਕਦੇ ਨਹੀਂ ਲਿਆ ਸਕਦਾ। ਕਮਜ਼ੋਰ ਸ਼ਾਂਤੀ ਦੀ ਪਹਿਲ ਨਹੀਂ ਕਰ ਸਕਦਾ। ਵੀਰਤਾ ਹੀ ਸ਼ਾਂਤੀ ਦੀ ਪੂਰਵ ਸ਼ਰਤ ਹੁੰਦੀ ਹੈ। ਭਾਰਤ ਅੱਜ ਜਲ, ਥਲ, ਆਕਾਸ਼ ਅਤੇ ਪੁਲਾੜ ਤੱਕ ਜੇਕਰ ਆਪਣੀ ਤਾਕਤ ਵਧਾ ਰਿਹਾ ਹੈ ਤਾਂ ਉਸ ਦੇ ਪਿੱਛੇ ਦਾ ਟੀਚਾ ਮਾਨਵ ਕਲਿਆਣ ਹੀ ਹੈ। ਭਾਰਤ ਅੱਜ ਆਧੁਨਿਕ ਅਸਤਰ ਸ਼ਸਤਰ ਦਾ ਨਿਰਮਾਣ ਕਰ ਰਿਹਾ ਹੈ। ਦੁਨੀਆ ਦੀਆਂ ਆਧੁਨਿਕ ਤੋਂ ਆਧੁਨਿਕ ਤਕਨੀਕਾਂ ਭਾਰਤ ਦੀ ਸੈਨਾ ਦੇ ਲਈ ਲਿਆ ਰਹੇ ਹਾਂ, ਤਾਂ ਉਸ ਦੇ ਪਿੱਛੇ ਦੀ ਭਾਵਨਾ ਵੀ ਇਹੀ ਹੈ। ਭਾਰਤ ਜੇਕਰ ਆਧੁਨਿਕ ਇਨਫਰਾਸਟ੍ਰਕਚਰ ਦਾ ਨਿਰਮਾਣ ਤੇਜ਼ੀ ਨਾਲ ਕਰ ਰਿਹਾ ਹੈ ਤਾਂ ਉਸ ਦੇ ਪਿੱਛੇ ਦਾ ਸੰਦੇਸ਼ ਵੀ ਇਹੀ ਹੈ। ਸੰਸਾਰ ਜੰਗ ਨੂੰ ਜੇਕਰ ਆਪਾਂ ਯਾਦ ਕਰੀਏ, ਸੰਸਾਰ ਜੰਗ ਹੋਵੇ ਜਾਂ ਫਿਰ ਸ਼ਾਂਤੀ ਦੀ ਗੱਲ, ਜਦੋਂ ਵੀ ਜ਼ਰੂਰਤ ਪਈ ਹੈ, ਸੰਸਾਰ ਨੇ ਸਾਡੇ ਵੀਰਾਂ ਦੀ ਬਹਾਦਰੀ ਵੀ ਵੇਖੀ ਹੈ ਅਤੇ ਵਿਸ਼ਵ ਸ਼ਾਂਤੀ ਦੇ ਉਹਨਾਂ ਦੇ ਯਤਨਾਂ ਨੂੰ ਵੀ ਮਹਿਸੂਸ ਕੀਤਾ ਹੈ। ਅਸੀਂ ਹਮੇਸ਼ਾ ਮਾਨਵਤਾ ਦੇ ਲਈ, ਇਨਸਾਨੀਅਤ ਦੇ ਲਈ, ਹਿਊਮੈਨਿਟੀ ਦੀ ਰਾਖੀ ਦੇ ਲਈ, ਸੁਰੱਖਿਆ ਦੇ ਲਈ ਕੰਮ ਕੀਤਾ ਹੈ, ਜੀਵਨ ਖਪਾਇਆ ਹੈ। ਆਪ ਸਭ ਭਾਰਤ ਦੇ ਇਸੇ ਨਿਸ਼ਾਨੇ ਨੂੰ, ਭਾਰਤ ਦੀ ਇਸੇ ਰਵਾਇਤ ਨੂੰ, ਭਾਰਤ ਦੀ ਇਸੇ ਮਹਾਨ ਸੰਸਕ੍ਰਿਤੀ ਨੂੰ
ਸਥਾਪਿਤ ਕਰਨ ਵਾਲੇ ਮੋਹਰੀ ਲੀਡਰ ਹੋ। ਸਾਥੀਓ, ਮਹਾਨ ਸੰਤ ਤਿਰੂਵੱਲੂਵਰ ਜੀ ਨੇ ਸੈਂਕੜੇ ਵਰੇ ਪਹਿਲਾਂ ਕਿਹਾ ਸੀ, ਮਾਰਾਮਾਣੰ ਮੰਡ ਬੜੀ ਚੇਲੋ ਤੇ ਤੁਮ येना नानगे येमम पढ़ाई कहा। ਭਾਵ ਸੂਰਬੀਰਤਾ, ਸਨਮਾਨ, ਮਰਿਆਦਾ ਪੂਰਨ ਵਿਵਹਾਰ ਦੀ ਪਰੰਪਰਾ ਅਤੇ ਭਰੋਸੇਯੋਗਤਾ, ਇਹ 4 ਗੁਣ ਕਿਸੇ ਵੀ ਦੇਸ਼ ਦੀ ਸੈਨਾ ਦਾ ਪ੍ਰਤੀਬਿੰਬ ਹੁੰਦੇ ਨੇ। ਭਾਰਤ ਦੀਆਂ ਸੈਨਾਵਾਂ ਹਮੇਸ਼ਾ ਤੋਂ ਇਸੇ ਮਾਰਗ ਤੇ ਚੱਲੀਆਂ ਨੇ। ਸਾਥੀਓ, ਵਿਸਥਾਰਵਾਦ ਦਾ ਯੁੱਗ ਸਮਾਪਤ ਹੋ ਚੁੱਕਿਆ ਹੈ। ਇਹ ਯੁੱਗ ਵਿਕਾਸਵਾਦ ਦਾ ਹੈ। ਤੇਜ਼ੀ ਨਾਲ ਬਦਲਦੇ ਹੋਏ ਸਮੇਂ ਵਿੱਚ ਵਿਕਾਸਵਾਦ ਹੀ ਪ੍ਰਾਸੰਗਿਕ ਹੈ। ਵਿਕਾਸਵਾਦ ਦੇ ਲਈ ਹੀ ਮੌਕੇ ਹਨ ਅਤੇ ਵਿਕਾਸਵਾਦ ਹੀ ਭਵਿੱਖ ਦਾ ਆਧਾਰ ਵੀ ਹੈ। ਗੁਜ਼ਰੀਆਂ ਸਦੀਆਂ ਵਿੱਚ ਵਿਸਥਾਰਵਾਦ ਨੇ ਹੀ ਮਾਨਵਤਾ ਦਾ ਸਭ ਤੋਂ ਜ਼ਿਆਦਾ ਅਹਿਤ ਕੀਤਾ, ਮਾਨਵਤਾ ਦਾ ਵਿਨਾਸ਼ ਕਰਨ ਦਾ ਯਤਨ ਕੀਤਾ। ਵਿਸਥਾਰਵਾਦ ਦੀ ਜ਼ਿੱਦ ਜਦੋਂ ਵੀ ਕਿਸੇ ਤੇ ਸਵਾਰ ਹੋਈ, ਉਸਨੇ ਹਮੇਸ਼ਾ ਵਿਸ਼ਵ ਸ਼ਾਂਤੀ ਦੇ ਸਾਹਮਣੇ ਖਤਰਾ ਪੈਦਾ ਕੀਤਾ ਹੈ। ਅਤੇ ਸਾਥੀਓ, ਇਹ ਨਾ ਭੁੱਲੋ, ਇਤਿਹਾਸ ਗਵਾਹ ਹੈ ਕਿ ਅਜਿਹੀਆਂ ਤਾਕਤਾਂ ਮਿਟ ਗਈਆਂ ਨੇ ਜਾਂ ਮੁੜਨ ਲਈ ਮਜਬੂਰ ਹੋ ਗਈਆਂ। ਵਿਸ਼ਵ ਦਾ ਹਮੇਸ਼ਾ ਇਹੀ ਅਨੁਭਵ ਰਿਹਾ ਹੈ ਅਤੇ ਇਸੇ ਅਨੁਭਵ ਦੇ ਆਧਾਰ ਤੇ ਹੁਣ ਇਸ ਵਾਰ ਫਿਰ ਤੋਂ ਪੂਰੇ ਵਿਸ਼ਵ ਨੇ ਵਿਸਥਾਰਵਾਦ ਦੇ ਖਿਲਾਫ ਮਨ ਬਣਾ ਲਿਆ ਹੈ। ਅੱਜ ਵਿਸ਼ਵ ਵਿਕਾਸਵਾਦ ਨੂੰ ਸਮਰਪਿਤ ਹੈ ਅਤੇ ਵਿਕਾਸ ਦੇ ਖੁੱਲ੍ਹੇ ਮੁਕਾਬਲੇ ਦਾ ਸਵਾਗਤ ਕਰ ਰਿਹਾ ਹੈ। ਸਾਥੀਓ, ਜਦੋਂ ਮੈਂ ਰਾਸ਼ਟਰ ਰੱਖਿਆ ਨਾਲ ਜੁੜੇ ਕਿਸੇ ਫੈਸਲੇ ਦੇ ਬਾਰੇ ਸੋਚਦਾ ਹਾਂ ਤਾਂ ਮੈਂ ਸਭ ਤੋਂ ਪਹਿਲਾਂ 2 ਮਾਤਾਵਾਂ ਨੂੰ ਯਾਦ ਕਰਦਾ ਹਾਂ। ਜਦੋਂ ਵੀ ਮੈਂ ਰਾਸ਼ਟਰ ਰੱਖਿਆ ਦੇ ਵਿਸ਼ੇ ਵਿੱਚ ਸੋਚਦਾ ਹਾਂ ਤਾਂ ਮੈਂ ਸਭ ਤੋਂ ਪਹਿਲਾਂ 2 ਮਾਤਾਵਾਂ ਨੂੰ ਯਾਦ ਕਰਦਾ ਹਾਂ। ਪਹਿਲੀ, ਆਪਣੀ ਸਭ ਦੀ ਭਾਰਤ ਮਾਤਾ। ਜਦ ਮੈਂ 2 ਮਾਤਾਵਾਂ ਨੂੰ ਯਾਦ ਕਰਦਾ ਹਾਂ, ਪਹਿਲੀ ਆਪਣੀ ਸਭ ਦੀ ਭਾਰਤ ਮਾਤਾ ਅਤੇ ਦੂਸਰੀ ਉਹ ਬਹਾਦਰ ਮਾਤਾਵਾਂ ਜਿਨ੍ਹਾਂ ਨੇ ਤੁਹਾਡੇ ਵਰਗੇ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ ਹੈ। ਮੈਂ ਉਹਨਾਂ 2 ਮਾਤਾਵਾਂ ਨੂੰ ਯਾਦ ਕਰਦਾ ਹਾਂ। ਮੇਰੇ ਫੈਸਲੇ ਦੀ ਕਸੌਟੀ ਇਹੀ ਹੈ। ਇਸੇ ਕਸੌਟੀ ਤੇ ਚੱਲਦੇ ਹੋਏ ਤੁਹਾਡੇ ਸਨਮਾਨ, ਤੁਹਾਡੇ ਪਰਿਵਾਰ ਦੇ ਸਨਮਾਨ ਅਤੇ ਭਾਰਤ ਮਾਤਾ ਦੀ ਸੁਰੱਖਿਆ ਨੂੰ ਦੇਸ਼ ਸਰਵਉੱਚ ਪਹਿਲ ਦਿੰਦਾ ਹੈ। ਸੈਨਾਵਾਂ ਦੇ ਲਈ ਆਧੁਨਿਕ ਹਥਿਆਰ ਹੋਣ ਜਾਂ ਤੁਹਾਡੇ ਲਈ ਜ਼ਰੂਰੀ
ਸਾਜ਼ੋ ਸਮਾਨ, ਇਹਨਾਂ ਸਭ ਤੇ ਅਸੀਂ ਬਹੁਤ ਧਿਆਨ ਦਿੰਦੇ ਰਹੇ ਹਾਂ। ਹੁਣ ਦੇਸ਼ ਵਿੱਚ ਬਾਰਡਰ ਇਨਫਰਾਸਟ੍ਰਕਚਰ ਤੇ ਖਰਚ ਲਗਭਗ 3 ਗੁਣਾ ਕਰ ਦਿੱਤਾ ਗਿਆ ਹੈ। ਇਸ ਨਾਲ ਬਾਰਡਰ ਏਰੀਆ ਡਿਵੈਲਪਮੈਂਟ ਅਤੇ ਸਰਹੱਦ ਤੇ ਸੜਕਾਂ ਪੁਲ ਬਣਾਉਣ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਹੋਇਆ ਹੈ। ਇਸ ਦਾ ਇੱਕ ਬਹੁਤ ਵੱਡਾ ਫਾਇਦਾ ਇਹ ਵੀ ਹੋਇਆ ਹੈ ਕਿ ਹੁਣ ਤੁਹਾਡੇ ਤੱਕ ਸਮਾਨ ਵੀ ਘੱਟ ਸਮੇਂ ਵਿੱਚ ਪਹੁੰਚਦਾ ਹੈ। ਸਾਥੀਓ, ਸੈਨਾਵਾਂ ਵਿੱਚ ਬਿਹਤਰ ਤਾਲਮੇਲ ਲਈ ਲੰਬੇ ਸਮੇਂ ਤੋਂ ਜਿਸ ਦੀ ਉਮੀਦ ਸੀ, ਚੀਫ ਆਫ ਦਾ ਡਿਫੈਂਸ ਸਟਾਫ ਦੇ ਪਦ ਦਾ ਗਠਨ ਕਰਨ ਦੀ ਗੱਲ ਹੋਵੇ ਜਾਂ ਫਿਰ ਨੈਸ਼ਨਲ ਵਾਰ ਮੈਮੋਰੀਅਲ ਦੀ ਉਸਾਰੀ, 1 ਰੈਂਕ 1 ਪੈਨਸ਼ਨ ਦਾ ਫੈਸਲਾ ਹੋਵੇ ਜਾਂ ਫਿਰ ਤੁਹਾਡੇ ਪਰਿਵਾਰ ਦੀ ਦੇਖਭਾਲ ਤੋਂ ਲੈ ਕੇ ਸਿੱਖਿਆ ਤੱਕ ਦੀ ਸਹੀ ਵਿਵਸਥਾ ਦੇ ਲਈ ਲਗਾਤਾਰ ਕੰਮ। ਦੇਸ਼ ਅੱਜ ਹਰ ਪੱਧਰ ਤੇ ਆਪਣੀਆਂ ਸੈਨਾਵਾਂ ਅਤੇ ਸੈਨਿਕਾਂ ਨੂੰ ਮਜ਼ਬੂਤ ਕਰ ਰਿਹਾ ਹੈ। ਸਾਥੀਓ, ਭਗਵਾਨ ਗੌਤਮ ਬੁੱਧ ਨੇ ਕਿਹਾ ਹੈ, ਸਾਹਸ ਦਾ ਸੰਬੰਧ ਵਚਨਬੱਧਤਾ ਨਾਲ ਹੈ, ਕਨਵਿਕਸ਼ਨ ਨਾਲ ਹੈ। ਸਾਹਸ ਦਇਆ ਹੈ, ਸਾਹਸ ਕੰਪੈਸ਼ਨ ਹੈ। ਸਾਹਸ ਉਹ ਹੈ ਜੋ ਸਾਨੂੰ ਨਿਡਰ ਅਤੇ ਅਡਿੱਗ ਹੋ ਕੇ ਸੱਚਾਈ ਦੇ ਪੱਖ ਵਿੱਚ ਖੜਾ ਹੋਣਾ ਸਿਖਾਏ। ਸਾਹਸ ਉਹ ਹੈ ਜੋ ਸਾਨੂੰ ਸਹੀ ਨੂੰ ਸਹੀ ਕਹਿਣ ਅਤੇ ਕਰਨ ਦੀ ਊਰਜਾ ਦਿੰਦਾ ਹੈ। ਸਾਥੀਓ, ਦੇਸ਼ ਦੇ ਵੀਰ ਸਪੂਤਾਂ ਨੇ ਗਲਵਾਨ ਘਾਟੀ ਵਿੱਚ ਜੋ ਅਜੇਤੂ ਸਾਹਸ ਦਿਖਾਇਆ, ਉਹ ਬਹਾਦਰੀ ਦੀ ਸਿਖਰ ਹੈ, ਸਿਖਰ। ਦੇਸ਼ ਨੂੰ ਤੁਹਾਡੇ ਤੇ ਮਾਣ ਹੈ, ਤੁਹਾਡੇ ਤੇ ਨਾਜ਼ ਹੈ। ਤੁਹਾਡੇ ਨਾਲ ਹੀ ਸਾਡੇ ITBP ਦੇ ਜਵਾਨ ਹੋਣ, BSF ਦੇ ਸਾਥੀ ਹੋਣ, ਸਾਡੇ BRO ਅਤੇ ਦੂਜੇ ਸੰਗਠਨਾਂ ਦੇ ਜਵਾਨ ਹੋਣ, ਮੁਸ਼ਕਿਲ ਹਾਲਾਤ ਵਿੱਚ ਕੰਮ ਕਰ ਰਹੇ ਨੇ। ਇੰਜੀਨੀਅਰ ਹੋਣ, ਕਿਰਤੀ ਹੋਣ, ਆਪ ਸਭ ਅਨੋਖਾ ਕੰਮ ਕਰ ਰਹੇ ਹੋ। ਹਰ ਕੋਈ ਮੋਢੇ ਨਾਲ ਮੋਢਾ ਜੋੜ ਕੇ ਮਾਂ ਭਾਰਤੀ ਦੀ ਰਾਖੀ ਦੇ ਲਈ, ਮਾਂ ਭਾਰਤੀ ਦੀ ਸੇਵਾ ਵਿੱਚ ਸਮਰਪਿਤ ਹੈ। ਅੱਜ ਆਪ ਸਭ ਦੀ ਮਿਹਨਤ ਨਾਲ ਦੇਸ਼ ਅਨੇਕ ਸੰਕਟਾਂ ਨਾਲ ਇਕੱਠੇ ਅਤੇ ਪੂਰੀ ਮਜ਼ਬੂਤੀ ਨਾਲ ਲੜ ਰਿਹਾ ਹੈ। ਆਪ ਸਭ ਨੂੰ ਪ੍ਰੇਰਣਾ ਲੈਂਦੇ ਹੋਏ ਅਸੀਂ ਮਿਲ ਕੇ ਹਰ ਚੁਣੌਤੀ ਤੇ, ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀ ਤੇ ਜਿੱਤ ਹਾਸਲ ਕਰਦੇ ਰਹੇ ਹਾਂ, ਜਿੱਤ ਹਾਸਲ ਕਰਦੇ ਰਹਾਂਗੇ। ਜਿਸ ਭਾਰਤ ਦੇ ਸਾਹਮਣੇ ਅਤੇ ਅਸੀਂ ਸਭ ਨੇ
ਜਿਸ ਭਾਰਤ ਦੇ ਸੁਪਨੇ ਨੂੰ ਲੈ ਕੇ ਅਤੇ ਖਾਸ ਤੌਰ ਤੇ ਆਪ ਸਭ ਸਰਹੱਦ ਤੇ ਦੇਸ਼ ਦੀ ਰਾਖੀ ਕਰ ਰਹੇ ਹੋ, ਅਸੀਂ ਉਸ ਸੁਪਨੇ ਦਾ ਭਾਰਤ ਬਣਾਉਣ ਦੇ ਲਈ, ਤੁਹਾਡੇ ਸੁਪਨਿਆਂ ਦਾ ਭਾਰਤ ਬਣਾਉਣ ਦੇ ਲਈ 130 ਕਰੋੜ ਦੇਸ਼ਵਾਸੀ ਵੀ ਪਿੱਛੇ ਨਹੀਂ ਰਹਿਣਗੇ। ਇਹ ਮੈਂ ਅੱਜ ਤੁਹਾਨੂੰ ਯਕੀਨ ਦਿਵਾਉਣ ਆਇਆ ਹਾਂ। ਅਸੀਂ ਇੱਕ ਤਾਕਤਵਰ ਅਤੇ ਆਤਮ ਨਿਰਭਰ ਭਾਰਤ ਬਣਾਵਾਂਗੇ, ਬਣਾ ਕੇ ਹੀ ਰਹਾਂਗੇ। ਅਤੇ ਤੁਹਾਡੇ ਤੋਂ ਜਦ ਪ੍ਰੇਰਣਾ ਮਿਲਦੀ ਹੈ ਤਾਂ ਆਤਮ ਨਿਰਭਰ ਭਾਰਤ ਦਾ ਸੰਕਲਪ ਵੀ ਹੋਰ ਤਾਕਤਵਰ ਹੋ ਜਾਂਦਾ ਹੈ। ਮੈਂ ਫਿਰ ਇੱਕ ਵਾਰ ਆਪ ਸਭ ਦਾ ਦਿਲ ਤੋਂ ਬਹੁਤ ਬਹੁਤ ਸਤਿਕਾਰ ਕਰਦਾ ਹਾਂ, ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ, भारत माता की, भारत माता की, भारत माता की, वंदे वंदे वंदे।